कहानी है पुरानी। एक जिमीदार दे दो मुंडे सीगे, एक बड़ा ती एक छोटा ती। दोने ब्याह ती। जेड़ा बड़ा ती बड़े दे दो मुंडे हो गए ते छोटे दे कुड़ी हो गई। चल आवी दी अड विड हो गए होए। जेड़ा वो छोटा मुंडा ती जदों कुड़ी साल क दी हो गई ओहदी मौत हो गई। वो जनानी रंडी हो गई ते जनानी बहुत सोहनी सुनक्खी सुंदरी, जिन्हों बुढ़ियां सुंदरी कहनियां हुंदियां। हुण तां सुंदरी दा ही पता नहीं भी सुंदरी की हुंदी है। को सुंदरी ਉਹਨੂੰ कहा ਜਾਂਦਾ ਸੀਗਾ ਜਿਹੜੀ ਰੋਟੀ ਪਾਣੀ ਵਧੀਆ ਬਣਾਉਣਾ ਤੇ ਚੀਜ਼ ਵਾਸਤੇ। ਉਦੋਂ ਕੋਈ ਆ ਪੜ੍ਹਾਈ ਤਾਂ ਹੁੰਦੀ ਨਾ, ਕੱਢਣਾ ਕੱਤਣਾ ਦਰੀਆਂ ਬੁਣਨੀਆਂ ਉਹ ਤੋਂ ਕੁੜੀਆਂ ਨਮੂਨੇ ਸਿੱਖਣ ਆਉਂਦੀਆਂ। ਜਿਹੜੀ ਸੁੰਦਰੀ ਹੁੰਦੀ ਸਿੱਖੀ ਹੁੰਦੀ ਉਹਨੂੰ ਪਿੰਡ ਦੇ ਵਿੱਚ ਫਿਰ ਬੁੜੀਆਂ ਕਹਿੰਦੀਆਂ ਫਲਾਨਿਆਂ ਦੀ ਨੂੰਹ ਤਾਂ ਕੁੜੇ ਬਹੁਤ ਸੁੰਦਰੀ ਆ ਤੇ ਮਤਲਬ ਬਹੁਤ ਚੰਗੀ। ਉਹ ਜਿਹੜਾ ਉਹਦਾ ਜੇਠ ਦੂਜਾ ਜੇਠ ਸੀ ਉਹ ਕਹਿਣ ਲੱਗਾ ਤੂੰ ਐਂ ਕਰ ਮੇਰੇ ਮੁੰਡੇ ਦੀ ਪੱਗ ਦਵਾ ਦੇਣਾ, ਤੁਸੀਂ ਦੋ ਕੱਟ ਲਓਗੇ। ਉਹ ਕਹਿੰਦੀ ਮੈਂ ਤਾਂ ਪੱਟੀ ਆ, ਮੈਂ ਤੇਰੀ ਨੂੰਹ ਨੂੰ ਕਿਉਂ ਪੱਟਾਂ, ਮੈਂ ਤਾਂ ਵਿਧਵਾ ਹੋ ਗਈ, ਇਹਨੂੰ ਮੈਂ ਕਿਉਂ ਵਿਧਵਾ ਕਰਾਂ, ਲੰਘਣਾ ਨਹੀਂ, ਮੈਂ ਤਾਂ ਐਂ ਕੱਟੂੰਗੀ। ਕਹਿੰਦਾ ਚੰਗਾ ਭਾਈ। ਜਦੋਂ ਹੁਣ ਖੇਤ ਦੀ ਕਮਾਈ ਖੜ ਗਈ ਉਦੋਂ ਮਾਰੂ ਹਾੜੀਆਂ ਹੁੰਦੀਆਂ। ਕਿਹੜਾ ਉਦੋਂ ਬੋਰ ਹੁੰਦੇ, ਪਾਣੀ ਨਹਿਰੀ ਹੁੰਦਾ, ਚਾਹੇ ਮੀਂਹ ਨਾ ਫਸਲ ਹਰੀ ਹੋਈ ਸੁੱਕ ਜਾਂਦੀ ਜਦੋਂ ਮੀਂਹ ਨਾ ਪੈਂਦਾ। ਬਾਜਰੇ ਕਮਾਰੇ ਮਾਰੂ ਹੁੰਦੇ, ਕਣੀਆਂ ਪੈ ਗਈਆਂ ਹੋ ਗਿਆ, ਨਹੀਂ ਗੋਡੇ ਗੋਡੇ ਲੱਖ ਲੱਖ ਹੋਇਆ ਨੂੰ ਸੁੱਕ ਜਾਂਦੇ। ਗਰੀਬੀ ਆ ਗਈ ਘਰ ਦੇ ਉੱਤੇ, ਪਰ ਕੰਮ ਦੀ ਬਹੁਤ ਕਰੇਂਦੀ ਤੀ। ਉਹ ਲੋਕਾਂ ਦੀਆਂ ਕਿਸੇ ਦੀਆਂ ਦਰੀਆਂ ਬੁਣਤੀਆਂ, ਕਿਸੇ ਦਾ ਕੱਤਤਾ। ਉਹਨੇ ਐਂ ਕਰ ਕਰਕੇ ਉਹ ਕੁੜੀ ਨੂੰ ਪਾਲ ਲਿਆ। ਮਾਂ ਨੂੰ ਪਾਰੋ ਤੀ, ਕੁੜੀ ਨਾਲ ਤਾਰੋ ਤੀ। ਤੇ ਕੁੜੀ ਮਾਂ ਨੂੰ ਵੀ ਬਹੁਤ ਸੁਨੱਖੀ ਜਵਾਨ ਕੱਦ। ਤੇ ਭਾਈ ਉਹ ਕੁੜੀ ਉਹਦੇ ਨਾਲ ਕੱਤ ਕਤਈਆ ਕਰਾਈ ਜਾਇਆ ਕਰੇ। ਆਪਦੇ ਘਰੇ ਆਪਦੀ ਮਿਹਨਤ ਕਰਕੇ ਅਗਲਾ ਜਿਹਦਾ ਕੱਤ ਦਿਆ ਕਰੇ, ਚੱਲ ਅਗਲਾ ਦਾਣੇ ਦੇ ਦਿਆ ਕਰੇ। ਉਦੋਂ ਆਹੀ ਹੁੰਦਾ ਬਾਜਰਾ, ਛੋਲੇ ਤੇ ਮੱਕੀ, ਕਣਕ ਤਾਂ ਬਿਲਕੁਲ ਹੀ ਨਹੀਂ ਸੀ। ਉਹ ਆਪਦੀ ਰੋਟੀ ਤੋਰੀ ਗਈ। ਵਧੀਆ ਨਮੂਨੇ ਜਾਣਦੀ, ਕੁੜੀਆਂ ਕਤਰੀਆਂ ਆਉਂਦੀਆਂ, ਦਰੀਆਂ ਲਾਉਂਦੀਆਂ ਉਹਦੇ ਘਰੇ ਵੀ ਅਸੀਂ ਸਿੱਖ ਲਾਂਗੇ ਤੇ ਆਪਦਾ ਕਾਰੋਬਾਰ ਤੋਰੀ ਗਈ। ਕੁੜੀ 18-19 ਸਾਲ ਦੀ ਜਵਾਨ ਹੋ ਗਈ ਤੇ ਉਹ ਭਾਈ ਹੁਣ ਜਿਹੜੀਆਂ ਨੂੰਹਾਂ ਸੀਗੀਆਂ ਉਹਦੀਆਂ ਦੂਜੇ ਦੀਆਂ, ਉਹ ਥੋੜ੍ਹਾ ਜਿਹਾ ਜਾਣ ਸੀ। ਉਹ ਕੁੜੀ ਨੂੰ ਆਪਦੀਆਂ, ਉਹਦੇ ਦੋ ਕੁੜੀਆਂ ਤੇ ਉਹ ਕੁੜੀ ਦੇ ਹਾਣ ਦੀਆਂ ਉਹਦੇ ਕੱਪੜੇ ਦੇ ਦਿਆ ਕਰਨ, ਉਹ ਧੋ ਕੇ ਪਾ ਲਿਆ ਕਰੇ ਤੇ ਉਹ ਆਪਦੇ ਨਵੇਂ ਪਾ ਲਿਆ ਕਰਨ। ਕਿਉਂ ਜਿਹੜੀ ਗਰੀਬੀ ਆ ਇੱਕ ਬੜੀ ਚੀਜ਼ ਆ। ਪਰ ਉਹਦੇ ਤਾਂ ਉਹੀ ਪੁਰਾਣੇ ਧੋਤੇ ਹੋਈ ਸਜ਼ਾ ਕਰਨ। ਸਿਆਣੇ ਕਹਿੰਦੇ ਆ ਕਿ ਲਾਲ ਜੁੱਲੀਆਂ 'ਚ ਹੀ ਦਗੀ ਜਾਂਦੇ ਨੇ। ਉਹਨਾਂ ਤਾਂ ਰੋਸ਼ਨੀ ਤਾਂ ਆਪਦੀ ਦੇਣੀ ਆ। ਭਾਈ ਉਹ ਜਦੋਂ ਜਵਾਨ ਹੋ ਗਈ ਕੁੜੀ, ਉਹ ਸੋਚਣ ਲੱਗੀ ਵੀ ਮੈਂ ਹੁਣ ਕੁੜੀ ਜਵਾਨ ਹੋ ਗਈ, ਵਿਆਹ ਕਿਵੇਂ ਕਰੂੰਗੀ, ਕੋਲੇ ਪੈਸਾ ਕੋਈ ਨਹੀਂ। ਤੇ ਉਹ ਲਵੇ ਕਿਤੇ ਪਿੰਡ ਤੋਂ ਕੋਕ ਤੇ ਮੇਲਾ ਲੱਗਦਾ ਸੀ ਦੇਵੀ ਦਾ, ਉੱਥੇ ਦੁਨੀਆ ਜਾਂਦੀ ਹੁੰਦੀ ਬਹੁਤ। ਉਹ ਕੁੜੀਆਂ ਕਹਿਣ ਲੱਗੀਆਂ ਕਿ ਤਾਰੋ ਆਪਾਂ ਮੇਲਾ ਦੇਖਣ ਚੱਲਾਂਗੇ। ਉਹ ਕਹਿੰਦੀ
मेरी बेबे नूं पुछ लो। वो कहनिया पुछ लैने असीं साडे बाबे नूं तां पुछ लिया। वो कहंदा चल तुसीं जाओ, पिंड दियां बूढ़ियां कुड़ियां जांदियां ने। कि उदों जवाना चंगा सीगा, हुण वाला नहीं सीगा भाई। वो कहंदे चलांगे कि चंगा। वो आदी मां नूं कहंदी बेबे मैं मेले जाऊँगी, तेरे कोल है कुछ? वो कहंदी मैं देखदी आपदा संदूक फरोड़ के जे कोई पैसा थे आ गया भाई। वो चो आना मिल गया पित्तल दा। अगे पित्तल दे आने दवानियां हुंदियां। आने ना तो असी भी मेले देखे। आने ना झोली भर जाती रेवड़ियां दी आना धड़ा करन दे बाणीए। आना तो बहुत बड़ी चीज़ सी। रुपया तो उहदे कोल हुंदा जिहड़ा बाहले दा लड़ा हुंदा। वो कहंदी लै तेरा वधिया सर जूगा। हुण तां भई तकड़े घर दियां कुड़ियां ते उन्हां कोल तां पैसे वध, उन्हां कोल तां दो आने। दवानी हुंदी चौरस पित्तल दी। ते भई जदों मेले वागियां भाई जेड़ी बूढ़ी मेले च देख लिओ तारो कन्नी देखे भी हाँ कमाल आ, कुड़ी बहुत सोहनी आ भाई। वो कुड़ियां कहनियां कुछ खाइए। उदों लड्डू ते जलेबी पतौड़े पहली मठियाई आद अंत तो रेवड़ी खेडना। ये पहलियां मठियाइयां ने आद अंत तो तुरियां आउंदियां ने। वो कहंदी ऐ करो आपां तिन्नां ने ला लो ते अद्धियां तां जलेबियां लै लो, अद्धे पतौड़ ले लांगे अद्धियां दे। कि चंगा भाई। उन्होंने जलेबियां ले लियां, कुड़ियां ने जलेबियां लैके मगरों पतौड़ ले ले। पतौड़ खाण लग गईयां ते इन्ने एक सरदार ते सरदारनी घोड़ी ते बल्ला पिंड सी नेड़े, बड़ा तकड़ा 200-300 किले का मालक। क्यों ना मेले विच वो भी गेड़ा दिंदा पाउंदा। जदों उहने वो कुड़ी देखी सरदारनी ने उहदे हत्थ ला के कहंदी उधर झाक। कहंदा हाँ कुड़ी बहुत सोहनी आ। ਉਹਦੇ ਕੱਲੇ ਹੀ ਮੁੰਡਾ ਤੀ। ਕਹਿੰਦੀ ਜੇ ਇਹੀ ਜੀ ਕੁੜੀ ਦਾ ਆਪਣੇ ਮੁੰਡੇ ਨੂੰ ਸਾਕ ਹੋ ਜੇ ਕੀ ਲੈਣਾ। ਉਹ ਭਾਈ ਕੁੜੀਆਂ ਨੇ ਤਾਂ ਪਤੌੜ ਚੱਕ ਲਈ, ਮਗਰੋਂ ਚਟਣੀ ਵਾਲਾ ਤਾਰੋ ਤਾਂ ਭਾਈ ਉਹ ਕਾਗਜ਼ ਚੱਟੀ ਜਾਵੇ। ਉਹ ਸਰਦਾਰ ਕਹਿੰਦਾ ਕੁੜੀ ਗਰੀਬ ਘਰ ਦੀ ਆ। ਕਿਉਂ? ਇਹਨਾਂ ਸਰਦਾਰਾਂ ਦਾ ਬਹੁਤ ਦਿਮਾਗ ਵੱਡਾ ਹੁੰਦਾ ਹੈ। ਕਹਿੰਦੀ ਕਿਉਂ? ਕਹਿੰਦਾ ਦੇਖ ਦੂਜੀਆਂ ਕੁੜੀਆਂ ਨੇ ਕੱਲੇ ਪਤੌੜ ਖਾ ਲਏ, ਕਹਿੰਦਾ ਚਟਣੀ ਕੁੜੀ ਉਹ ਕਾਗਜ਼ ਚੱਟੀ ਜਾਂਦੀ ਆ, ਗਰੀਬ ਘਰ ਦੀ ਕੁੜੀ ਆ ਲਾਜ਼ਮੀ। ਕਹਿੰਦੀ ਮੈਨੂੰ ਤਾਰ, ਮੈਨੂੰ ਤਾਂ ਕੁੜੀ ਸੋਹਣੀ ਲੱਗਦੀ ਆ, ਮੈਂ ਤਾਂ ਉਹਦੇ ਕੋਲੇ ਜਾਂਦੀ ਆ। ਭਈ ਘੋੜੀ ਤੋਂ ਉਤਰ ਕੇ ਆ ਗਈ। ਭਈ ਬੁੜੀ ਨੇ ਕੁੜੀ ਦੇ ਸਿਰ ਤੇ ਹੱਥ ਧਰ ਕੇ ਕਹਿੰਦੀ ਪੁੱਤ ਕਿੰਨਾ ਦੀ ਕੁੜੀ ਆ? ਉਹ ਕਹਿੰਦੀ ਮਾਵਾਂ ਜ਼ਿਮੀਂਦਾਰਾਂ ਦੀ ਕੁੜੀ ਆ। ਕਹਿੰਦੀ ਅੱਛਾ। ਕਹਿੰਦੀ ਆ ਮੇਰੇ ਚਾਚੇ ਤਾਏ ਦੀਆਂ ਕੁੜੀਆਂ ਨੇ, ਅਸੀਂ ਭੈਣਾਂ। ਤੇਰੀ ਮਾਂ ਨਾਂ ਕੀ ਆ? ਕਹਿੰਦੀ ਮੇਰੀ ਮਾਂ ਨਾਂ ਪਾਰੋ ਆ। ਮੇਰਾ ਤੇਰਾ ਪਿੰਡ ਕਿਹੜਾ ਕਿ ਫਲਾਨਾ ਹੈ। ਬੁੜੀ ਲੱਗ ਗਈ ਭੇਤ ਲੈਣ ਵੀ ਕੁੜੀ ਤਾਂ ਵਾਕਈ ਜੱਟਾਂ ਦੀ ਹੈ। ਉਹ ਕਹਿੰਦੀ ਲਈ ਪੁੱਤ ਐਂ ਕਰੋ ਖਾਓ ਕੁਛ, ਮੇਰਾ ਸੁੱਖਿਆ ਵੀ ਮੈਂ ਕੁੜੀਆਂ ਨੂੰ ਖਵਾਉਂਗੀ। ਬਹਾਨਾ ਬਣਾਇਆ। ਉਹ ਕਹਿੰਦਾ ਨਾ। ਕਹਿੰਦੀ ਨਾ ਤੁਸੀਂ ਐਂ ਨਾ ਕਰੋ, ਖਾਓ ਤਿੰਨੇ ਜਾਣੀਆਂ ਖਾਓ, ਕੀ ਖਾਣਾ? ਉਹ ਕਹਿੰਦੀ ਨਾ। ਉਹ ਕਹਿੰਦੀ ਤੂੰ ਐਂ ਗੱਲ ਉਹ ਤਾਰੋ ਨੂੰ ਕਹਿੰਦੀ ਜਿਹੜੀ ਚੀਜ਼ ਇਹਨੂੰ ਕਹੇਗੀ ਤੁਸੀਂ ਤੁਹਾਨੂੰ ਮੈਂ ਲੈ ਕੇ ਦੇਊਂ। ਮੈਂ ਪੁੱਤ ਖਵਾਉਣਾ, ਮੈਂ ਸੁੱਖਿਆ ਹੀ ਮੈਂ ਕੁੜੀਆਂ ਨੂੰ ਉੱਥੇ ਖਵਾ ਕੇ ਆਊਂ ਕੋਈ ਚੀਜ਼। ਚੱਲ ਭਾਈ ਉਹ ਦੂਜੀਆਂ ਕੁੜੀਆਂ ਕਹਿੰਦੀਆਂ ਫਿਰ ਤੂੰ ਹੀ ਦਵਾ ਦੇ ਜਿਹੜੀ ਚੀਜ਼ ਦਵਾਉਣੀ ਹੈ। ਉਹਨੇ 1 ਰੁਪਈਏ ਦੀਆਂ ਜਲੇਬੀਆਂ ਦਵਾਤੀਆਂ। ਉਦੋਂ ਤਾਂ 1 ਰੁਪਈਆ ਬੜੀ ਵੱਡੀ ਚੀਜ਼ ਸੀ। ਉਹ ਕੁੜੀਆਂ ਨੇ ਭਾਈ ਕਿੱਥੇ ਖਾਧੀਆਂ ਜਾਣ, ਜਲੇਬੀਆਂ ਬਚ ਗਈਆਂ। ਉਹ ਬੁੜੀ ਨਾਲ ਚੱਕ ਕੇ ਸਾਂ ਖਾ ਲਿਆ ਕਰੇ। ਕਹਿੰਦੀ ਲੈ ਤੁਹਾਡੇ ਨਾਲ ਮੈਂ ਵੀ ਖਾ ਲੈਂਦੀ ਹਾਂ। ਭਾਈ ਜਦੋਂ ਕਹਿੰਦੀ ਉਹ ਹਲਵਾਈ ਨੂੰ ਕਹਿੰਦੀ ਐਂ ਕਰਨ ਨੂੰ 3 ਲਿਫਾਫਿਆਂ 'ਚ ਪਾ ਦੇ ਕੁੜੀਆਂ ਨੂੰ, ਘਰੇ ਖਾ ਲੈਣਗੇ, ਜਵਾਕ ਖਾ ਲੈਣਗੇ ਘਰੇ। ਤੇ ਉਹਨੇ ਹਲਵਾਈ ਨੇ ਪਾਤੇ। ਉਹ ਭਾਈ ਉਹ ਕੁੜੀਆਂ ਨੂੰ ਕਹਿੰਦੀ ਇਹ ਮੰਗੀ ਵਿਆਹੀ ਤਾਂ ਨਹੀਂ? ਉਹ ਕਹਿੰਦੀ ਬੇਬੇ ਤਾਂ ਬਾਲੇ ਗਰੀਬ ਨੇ ਵਿਚਾਰੇ, ਕਿੱਥੇ ਮੰਗੀ ਵਿਆਹੀ ਹੈ। ਤੇ
ਵਿਆਹੁਣ ਦੀ ਤਾਕਤ ਹੀ ਨਹੀਂ। ਤੇ ਉਹਨਾਂ ਦੇ ਮਨ ਸੋਚਿਆ ਵੀ ਗੱਲ ਸਰਦਾਰ ਦੀ ਪੱਕੀ ਹੈ। ਤੇ ਉਹ ਕਹਿਣ ਲੱਗੀ ਚੰਗਾ ਅਸੀਂ ਤੁਹਾਡੇ ਪਿੰਡ ਆਵਾਂਗੇ। ਭਾਈ ਉਹਨੇ ਜਦੋਂ ਕੁੜੀਆਂ ਤੁਰਨ ਲੱਗੀਆਂ ਉਹਨੇ ਬਾਂਹ ਫੜ ਲਿਓ ਤਾਰੋ ਦੀ, ਕਹਿੰਦੀ ਖੜ ਜਾਓ ਜਾਓ ਨਾ। ਕਹਿੰਦੀ ਕਿਉਂ? ਉਹਨੇ ਭਾਈ ਸਰਦਾਰ ਕਨੀ ਝਾਕੀ, ਸਰਦਾਰ ਨੇ ਬਾਸਨੀ ਚੋਂ 5 ਰੁਪਏ ਚਾਂਦੀ ਦੇ ਕੱਢ ਕੇ ਦੇਤੇ। ਉਹਨੇ ਫੜ ਕੇ ਜਦੋਂ ਉਹ ਕੁੜੀ ਦੇ ਜੇਬ 'ਚ ਗੀਝੇ 'ਚ ਪਾਉਣ ਲੱਗੀ ਤਾਰੋ ਦੇ, ਉਹ ਕਹਿੰਦੀ ਨਾ ਮੈਂ ਨਹੀਂ। ਉਹ ਕਹਿੰਦੀ ਨਾ ਭਾਈ ਉਹ ਫੜੇ ਨਾ ਉਹ ਬੰਡੋ ਬੰਨੇ। ਉਹ ਕਹਿੰਦਾ ਪੁੱਤ ਫੜ ਲਾ ਤੂੰ, ਕੁਛ ਨਹੀਂ ਹੁੰਦਾ। ਉਹ ਨਾਲ ਦੀਆਂ ਕੁੜੀਆਂ ਨੇ ਭਾਈ ਇਸ਼ਾਰਾ ਕਰਿਆ ਵੀ ਫੜ ਲਾ। ਭਾਈ ਉਹਨੇ 5 ਰੁਪਏ, ਉਦੋਂ ਗੀਝੇ ਹੁੰਦੇ ਕੁੜੀਆਂ ਦੇ ਮੁੰਡਿਆਂ ਵਾਂਗੂ, ਹੁਣ ਤਾਂ ਹੋਰ ਹੀ ਜਗਾੜ ਆ ਨਾ। ਸਾਬਤ ਬਾਹਾਂ ਦੀਆਂ ਕੁੜਤੀਆਂ ਹੁੰਦੀਆਂ, ਕੋਈ ਆ ਅੱਧੀ ਜੀ ਬਾਂਹ ਨਾ ਹੁੰਦੀ। ਭਾਈ ਤੁਰ ਪਈਆਂ, ਉਹਨੂੰ ਹੱਸਣ ਲੱਗ ਗਈਆਂ ਕੁੜੀਆਂ ਰਾਹ 'ਚ। ਤੂੰ ਤਾਂ ਤਾਰੋ ਉਹਦੇ ਪਸੰਦ ਆ ਗਈ। ਭਾਈ ਘਰੇ ਆ ਗਈਆਂ, ਘਰੇ ਆਈਆਂ ਕੋਲੇ ਲਿਫਾਫੇ ਤਿੰਨਾਂ ਦੇ ਆ ਕੇ ਆਪਦੀ ਮਾਂ ਨੂੰ ਉਹ ਕਹਿੰਦੀ ਲੈ ਬੇਬੇ ਜਲੇਬੀਆਂ ਖਾ ਲਾ। ਉਹਦੀ ਮਾਂ ਕਹਿੰਦੀ ਤੈਨੂੰ ਦਿੱਤਾ ਤਾਂ ਮਾਨਾ ਤੀ, ਤੂੰ ਖਾ ਲੈਂਦੀ। ਭਾਈ ਉਹ ਕੁੜੀਆਂ ਨੇ ਜਦੋਂ ਆਪਦੇ ਘਰੇ ਦੱਸਿਆ ਉਹਦੀ ਦਾਦੀ ਨੂੰ, ਉਹ ਕਹਿੰਦੀ ਜਾਓ ਉਹਦੀ ਮਾਂ ਨਾਲ ਲੜ ਪਈ ਵੀ ਤੂੰ ਕਿਉਂ ਲਿਆ। ਕਹਿੰਦੀ ਦੱਸੋ ਉਹਨੂੰ ਜਾ ਕੇ ਸਾਰੀ ਗੱਲ। ਉਹ ਕਹਿੰਦੀਆਂ ਚਾਚੀ ਇਹ ਜਲੇਬੀਆਂ ਤਾਂ ਨਾ ਸਾਨੂੰ ਉੱਥੇ ਇੱਕ ਘੋੜੀ ਤੇ ਸਰਦਾਰ ਤੇ ਸਰਦਾਰਨੀ ਤੀ, ਉਹਨੇ ਖਵਾਏ ਨੇ, ਸਾਤੋਂ ਖਾਧੀਆਂ ਨਹੀਂ ਗਈਆਂ। 1 ਰੁਪਏ ਦੀਆਂ ਲੈ ਤੀਆਂ। ਕਹਿੰਦੀ ਅਸੀਂ ਬਚਦੀਆਂ ਘਰੇ ਲੈ ਆਈਆਂ। ਅੱਛਾ। ਤੇ ਕਿ ਉਹਨੇ ਮੱਲੋ ਬੱਲੀ ਇਹਦੇ ਤਾਰੋ ਦੇ 5 ਰੁਪਏ ਜੇਬ 'ਚ ਗੀਝੇ 'ਚ ਪਾਤੇ ਸਰਦਾਰ ਨੇ। ਇੰਨੇ ਭਾਈ ਬੁੜੀ ਆ ਗਈ। ਉਹ ਕਹਿੰਦੀ ਹੈਗਾ ਭਾਈ ਇੱਥੇ ਅਸੀਂ ਜਾਣਦੇ ਹਾਂ ਬੱਲ ਪਿੰਡ ਦਾ ਸਰਦਾਰ ਹੈ, ਤਾਂ ਬਹੁਤ ਤਾਕੜ ਹੈ। ਦੱਸਿਆ ਬੁੜੀ ਨੇ ਵੀ ਇਹੋ ਜਿਹਾ। ਤੇ ਕਹਿੰਦੀ ਹਾਂ। ਕਹਿੰਦੀ ਹੋਰ ਸਰਦਾਰ ਹੈ ਉੱਥੋਂ ਦਾ, ਕੋਈ ਗੱਲ ਨਹੀਂ, ਉਹਦਾ ਤਕੜਾ ਆਦਮੀ ਆ। ਉਹ ਕੁੜੀਆਂ ਕਹਿੰਦੇ ਨਾਲੇ ਬੇਬੇ ਐਂ ਕਹਿ ਕੇ ਗਏ ਨੇ ਦੋਨੇ ਜਾਣੇ ਵੀ ਤੁਹਾਡੇ ਅਸੀਂ ਪਿੰਡ ਆਵਾਂਗੇ। ਉਹ ਬੁੜੀ ਉਹਨੂੰ ਕਹਿੰਦੀ ਪਾਰੋ ਨੂੰ, ਕਹਿੰਦੀ ਲੈ ਪਾਰੋ ਤੇਰੀ ਧੀ ਦੇ ਕਰਮ ਜਾਗ ਪਏ। ਕਹਿੰਦੀ ਕਿਉਂ? ਕਹਿੰਦੀ ਤੇਰੀ ਕੁੜੀ ਉਹਨਾਂ ਦੇ ਪਸੰਦ ਆ ਗਈ, ਤੇਰੇ ਕੋਲੇ ਉਹ ਰਿਸ਼ਤਾ ਲੈਣ ਆਉਣਗੇ, ਜੇ ਆ ਗਏ ਜਵਾਬ ਨਾ ਦੇ। ਕਹਿੰਦੀ ਤਾਂ ਬਹੁਤ ਤਕੜਾ ਸਰਦਾਰ ਹੈ, ਇੱਥੇ 10 ਪਿੰਡਾਂ 'ਚ 300 ਕਿੱਲਾ ਜ਼ਮੀਨ ਦਾ ਮਾਲਕ ਆ ਉਹ। ਕਹਿੰਦੀ ਬੇਬੇ ਹੈ ਤਾਂ ਕੋਈ ਤਕੜੇ ਦੀ ਕਿ ਬੁੜੀ ਦੇ ਪਿਸਤੌਲ ਤੀ, ਬੰਦੇ ਕੋਲੇ ਰਾਫਲ ਦੀ, ਘੋੜੀ 'ਤੇ ਬੈਠੇ ਤੀ। ਕਹਿੰਦੀ ਉਹੀ ਨੇ ਭਾਈ। ਇੰਨੇ ਉਹਦੇ ਘਰ ਵਾਲਾ ਆ ਗਿਆ, ਬੁੜੀ ਨੂੰ ਦੱਸਿਆ। ਉਹ ਕਹਿੰਦਾ ਹਾਂ ਤਾਂ ਪੁੱਤ ਬੱਲਾਂ ਵਾਲਾ ਸਰਦਾਰ ਹੈ, ਤਾਂ ਬੜਾ ਤਕੜਾ ਆਦਮੀ ਹੈ। ਕਹਿੰਦੀ ਬਾਪੂ ਅੱਜ ਉਹ ਕਹਿੰਦੇ ਨੇ ਵੀ ਤੁਹਾਡੇ ਅਸੀਂ ਘਰੇ ਆਵਾਂਗੇ, ਤਾਰੋ ਉਹਨਾਂ ਦੇ ਪਸੰਦ ਆ ਗਈ। ਕਹਿੰਦਾ ਸਹੁਰੀਏ ਜੇ ਕੁੜੀ ਦਾ ਤਾਰੋ ਦਾ ਸਾਕ ਮੰਗਦੇ ਇਦੋਂ ਚੰਗਾ ਕੀ ਹੈ। ਕਹਿੰਦਾ ਰਿਸ਼ਤਾ ਦੇਵਾਂਗੇ। ਭਾਈ ਉਹ ਤਾਂ ਕਿਉਂ ਨਾ। ਬਾਬਾ ਦਿਨ ਚੜ੍ਹੇ ਘੋੜੀ 'ਤੇ ਦੋਨੇ ਜਾਣੇ ਫੇਰ ਆ ਗਏ। ਪੁੱਛਿਆ ਵੀ ਪਾਰੋ ਦਾ ਘਰ ਕਿਹੜਾ ਹੈ। ਉਹ ਕਿਤੇ ਉਹਦੀ ਨੂੰਹ ਨੇ ਦੇਖ ਲਿਆ। ਕਹਿੰਦੀ ਬੇਬੇ ਉਹ ਘੋੜੀ ਵਾਲੇ ਆ ਗਏ। ਕਹਿੰਦੀ ਬੁੜੀ ਕਹਿੰਦੀ ਆਪਣੇ ਘਰੇ ਸੱਦ ਲੈ, ਉਹਦੇ ਵਿਚਾਰੀ ਦੇ ਕਿਤੇ ਕੋਈ ਮੰਜਾ ਠੱਕਾ ਬੈਠਣ ਨੂੰ। ਉਹ ਕਹਿੰਦੀ ਜੀ ਆ ਜਾਓ, ਆਹੀ ਘਰ ਹੈ, ਅਸੀਂ ਬੁਲਾ ਲੈਂਦੇ ਹਾਂ। ਭਾਈ ਉਹਦਾ ਅੰਦਰ ਉਹ ਕੁੰਡਾ ਲਾਇਆ ਸਰਦਾਰ ਤੇ ਸਰਦਾਰਨੀ ਨੂੰ, ਉਹਨੇ ਘਰੇ ਮੰਜੇ ਡਾਹ ਕੇ ਦੁੱਧ ਲਾ ਲਿਆ। ਉਦੋਂ ਦੁੱਧ ਹੁੰਦੇ ਚਾਹਾਂ ਚੂਹਾਂ ਕੌਣ ਦਿੰਦਾ ਹੁੰਦਾ, ਨਾ ਜਾਣਦੇ ਸੀ ਕੋਈ ਚਾਹ ਨੂੰ। ਤੇ ਉਹਨੂੰ ਜਾ ਕੇ ਪਾਰੋ ਨੂੰ ਹਾਕ ਮਾਰ ਲਈ ਉਹਦੀ ਨੂੰਹ ਨੇ। ਉਹ ਕਹਿੰਦੀ ਪਾਰੋ ਸਾਡੇ ਘਰੇ ਆ, ਨਾਲੇ ਤਾਰੋ ਨੂੰ ਲਿਆ। ਕਿਉਂ? ਕਹਿੰਦੀ ਵੀ ਉਹ ਬੰਦੇ ਕੱਲ੍ਹ ਵਾਲੇ ਆਏ ਨੇ ਤਾਰੋ ਜਿਹੜੇ ਤੁਹਾਨੂੰ ਮਿਲੇ ਤੀ। ਉਹ ਕਹਿੰਦੀ ਹੱਥ ਮੂੰਹ ਮਾ ਧੋ ਲਾ ਪੁੱਤ, ਹੱਥ ਧੋ ਲੈ। ਉਹ ਕਹਿੰਦੀ ਕੁੜੀਏ ਤੈਨੂੰ ਤਾਂ ਦੇਖਣ ਆਏ ਨੇ ਇਹ ਸਰਦਾਰ, ਤੇ ਉਹ ਸਰਦਾਰਨੀ ਜਿਹੜੀ ਤੈਨੂੰ 5 ਰੁਪਏ ਦੇ ਕੇ ਗਈ ਆ ਕੱਲ੍ਹ। ਚੱਲ ਭਾਈ ਮਾਵਾਂ ਧੀਆਂ ਆ ਗਈਆਂ ਤੇ ਉਹਨੇ ਸਿਖਾ ਕੇ ਲਿਆਂਦੀ ਵੀ ਸਤਿ ਸ੍ਰੀ ਅਕਾਲ ਬੁਲਾਈ। ਭਾਈ ਸਤਿ ਸ੍ਰੀ ਅਕਾਲ ਬੁਲਾਈ, ਬੈਠ ਗਈਆਂ। ਜਦੋਂ ਕੁੜੀ ਗਾਹਾਂ ਬੈਠਣ ਲੱਗੀ ਤਾਂ ਉਹਦੀ ਉਹ ਸਰਦਾਰਨੀ ਨੇ ਬਾਂਹ ਫੜ ਕੇ ਆਪਦੇ ਮੰਜੇ 'ਤੇ ਬਾਹ ਲਈ। ਕਹਿੰਦੀ ਪੁੱਤ ਗਾਹਾਂ ਨਾ ਜਾ, ਮੇਰੇ ਕੋਲੇ ਬੈਠ। ਕਿਉਂ? ਸਰਦਾਰਨੀ ਉਹਦੇ ਉੱਤੇ ਪੂਰੀ ਐਨ ਮੋਹਤ ਹੋ ਗਈ। ਕਹਿੰਦੀ ਮੇਰੇ ਕੋਲੇ ਬੈਠ, ਗਾਹਾਂ ਨਾ ਜਾ।
ਉਹ ਕਹਿੰਦੀ ਉਹਦੀ ਮਾਂ ਕਹਿੰਦੀ ਬਹਿ ਜਾ ਪੁੱਤ। ਭਾਈ ਉਹਨੇ ਜਦੋਂ ਗੱਲਾਂ ਬਾਤਾਂ ਕਰੀਆਂ ਉਹ ਕਹਿਣ ਲੱਗੀ ਵੀ ਪਾਰੋ ਅਸੀਂ ਆਹ ਕੁੜੀ ਦਾ ਤੈਥੋਂ ਰਿਸ਼ਤਾ ਲੈਣਾ ਹੈ, ਮੇਰੇ ਇਕੱਲਾ ਪੁੱਤ ਹੈ, ਬਹੁਤ ਸੋਹਣਾ ਹੈ, ਅਤੇ ਤੇਰੀ ਧੀ ਮੇਰੇ ਪੁੱਤ ਨਾਲ ਸੋਹਣੀ ਆ ਵੱਧ। ਉਹ ਕਹਿੰਦੀ ਵੀ ਆ ਬੈਠਾ ਮੇਰਾ ਸਹੁਰਾ ਹੀ ਹੈ ਹੁਣ, ਵੀ ਜੋ ਇਹ ਕੁਛ ਕਰ ਦੂ ਇਵੇਂ ਮੈਨੂੰ ਮਨਜ਼ੂਰ ਹੈ। ਉਹ ਕਹਿਣ ਲੱਗੀ ਸਰਦਾਰਨੀ ਕਹਿੰਦੀ ਦੱਸੋ ਜੀ। ਉਹ ਕਹਿੰਦਾ ਕੋਈ ਗੱਲ ਨਹੀਂ, ਤੁਹਾਨੂੰ ਰਿਸ਼ਤਾ ਦੇਵਾਂਗੇ, ਜੋ ਤੁਸੀਂ ਐਡੀ ਦੂਰੋਂ ਆਏ ਤੁਹਾਨੂੰ ਰਿਸ਼ਤਾ ਖਾਲੀ ਅਸੀਂ ਕਿੱਥੇ ਮੋੜਦੇ ਹਾਂ। ਪਰ ਕਹਿੰਦਾ ਸਰਦਾਰਨੀ ਗੱਲ ਇੱਕ ਆ, ਕਹਿੰਦਾ ਪੂਰੀ ਗਰੀਬੀ ਆ, ਰੋਟੀ ਵੀ ਨਹੀਂ ਖਵਾ ਸਕਦੇ ਇੱਕ ਬੰਦੇ ਨੂੰ ਕਿਸੇ ਨੂੰ ਇਹ। ਉਹ ਕਹਿੰਦੀ ਆ ਤਾਂ ਤੁਸੀਂ ਸਰਦਾਰ ਕਹਿੰਦਾ ਗੱਲ ਤਾਂ ਤੁਸੀਂ ਛੱਡੋ, ਆਹ ਗਰੀਬੀ ਅਤੇ ਰੋਟੀ ਵਾਲੀ, ਤੁਸੀਂ ਸਾਨੂੰ ਹਾਂ ਕਹੋ। ਉਹ ਕਹਿੰਦਾ ਹਾਂ ਸਾਡੀ ਬਸ। ਅਤੇ ਕਹਿਣ ਲੱਗੀ ਸਾਨੂੰ ਕੁੜੀ ਦਾ ਇਹ 1 ਰੁਪਈਆ ਦਾਜ ਦਾ ਦੇ ਦਿਓ ਬਸ। ਉਹ ਭਾਈ ਉਹ ਪਰ ਉਹਦਾ ਸਹੁਰਾ ਕਹਿੰਦਾ ਮੈਂ ਲਿਆਉਣਾ। ਉਹ ਕਹਿੰਦੀ ਨਹੀਂ ਬਾਪੂ ਹੈਗੇ ਜਿਹੜੇ ਉਹਨਾਂ ਨੇ ਦਿੱਤੇ ਘਰੋਂ ਜਾ ਕੇ 1 ਰੁਪਈਆ, ਉਹ ਹਲਦੀ ਲਾ ਕੇ ਖੰਮਣੀ ਵਲੇਟ ਕੇ ਬੁੜੀ ਨੇ ਦੱਸਿਆ ਵੀ ਐਂ ਕਰਕੇ ਇਹ ਸ਼ਗਨ ਦਾ ਰੁਪਈਆ, ਇਹਨੂੰ ਹਲਦੀ ਲਾਈ, ਇਹਦੇ 'ਤੇ ਖੰਮਣੀ ਵਲੇਟੀ। ਉਹਨੇ ਭਾਈ ਲਿਆ ਕੇ ਸਰਦਾਰ ਦੇ ਹੱਥ 'ਚ ਬੁੜੇ ਨੇ ਫੜਾਤਾ, ਕਹਿੰਦਾ ਆ ਚੱਕ ਮੇਰੀ ਪੋਤੀ ਦਾ ਰੁਪਈਆ, ਤੇਰੇ ਪੁੱਤ ਨੂੰ ਇਕੱਲਾ ਰੁਪਈਆ। ਕਹਿੰਦਾ ਬਸ। ਕਹਿੰਦਾ ਕਹਿਣ ਲੱਗਿਆ ਹੁਣ ਤੁਸੀਂ ਐਂ ਦੱਸੋ ਮੈਨੂੰ ਵੀ ਵਿਆਹ ਛੇਤੀ ਕਰ ਦਿਓ। ਉਹ ਕਹਿੰਦਾ ਜੀ ਤੁਸੀਂ ਸਾਰਾ ਕੁਛ ਕਰਨਾ, ਜਦੋਂ ਮਰਜ਼ੀ ਕਰ ਲਓ। ਕਹਿੰਦਾ 20 ਦਿਨ ਦੇ ਅੰਦਰ ਅੰਦਰ ਵਿਆਹ ਆਪਾਂ ਕਰਾਂਗੇ। ਕਹਿੰਦਾ ਜੀ ਚੰਗਾ। ਉਹ ਕਹਿੰਦਾ ਪਰ ਤੁਸੀਂ ਮੈਨੂੰ ਐਂ ਦੱਸ, ਉਹ ਬੁੜੇ ਨੂੰ ਸਰਦਾਰ ਕਹਿੰਦਾ ਕੋਈ ਤੇਰੇ ਪਿੰਡ ਦੇ ਵਿੱਚ ਚੰਗੇ ਮਕਾਨ ਹੋਵੇ ਵਿਕਾਊ। ਉਹ ਕਹਿੰਦਾ ਸਾਡੇ ਨਾਲ ਹੀ ਬਾਣੀਏ ਦਾ ਮਕਾਨ ਹੈ, ਬਹੁਤ ਵੱਡਾ ਹੈ, ਤੈਨੂੰ ਦਿਖਾਵਾਂ, ਇਹਦੀ ਕੁੰਜੀ ਮੇਰੇ ਕੋਲ ਹੀ ਹੈ। ਉਹ ਤਾਂ ਬਾਹਰ ਸ਼ਹਿਰ 'ਚ ਚਲੇ ਗਏ, ਵਿਕਾਊ ਆ, ਪੱਕਾ ਮਕਾਨ ਆ ਸਾਰਾ, ਜਿੰਦਾ ਕੁੰਡਾ ਅੜਦਾ। ਇੱਥੇ ਵੱਸਦੇ ਸੀ ਪਹਿਲਾਂ ਬਾਗੇ, ਜਦੋਂ ਭਾਈ ਸਰਦਾਰ ਅਤੇ ਸਰਦਾਰਨੀ ਬਾਗੇ ਨਾਲ। ਉਹਨੂੰ ਸਰਦਾਰ ਕਹਿੰਦਾ ਭਾਈ ਤੂੰ ਵੀ ਆ ਜਾ ਉਹਨੂੰ। ਪਰ ਉਹਨੂੰ ਕਹਿੰਦਾ ਭਾਈ ਜਦੋਂ ਖੋਲ੍ਹ ਕੇ ਦਿਖਾਇਆ ਦੇਖ ਕੇ, ਉਹ ਕਹਿੰਦਾ ਵੀ ਠੀਕ ਆ, ਲੈ ਦੇ ਜਿੰਨੇ ਦਾ ਬਣਦਾ ਲੈ ਲਾ। ਉਹ ਕਹਿੰਦਾ ਜੀ ਵੀ ਮੈਨੂੰ ਉਹਨਾਂ ਨੇ ਕਿਹਾ ਵੀ ਜਿੰਨੇ ਦਾ ਵਿਕਦਾ ਵੇਚ ਦੀ, ਵੀ ਸਾਡਾ ਤਾਂ ਬੇਕਾਰ ਹੀ ਪਿਆ। ਉਹ ਕਹਿੰਦਾ ਲੈ ਲਾ। ਕਹਿੰਦਾ ਜੀ 2000 ਦਾ ਦੇ ਦੇਣਗੇ। ਉਦੋਂ 2000 ਬਹੁਤ ਵੱਡੀ ਚੀਜ਼ ਸੀਗੀ, ਲੱਖਾਂ ਦਾ ਹਿਸਾਬ ਵਾਲਾ ਕੰਮ ਸੀ ਭਾਈ। ਉਹ ਕਹਿੰਦਾ ਪੱਕਾ ਹੈ। ਸਰਦਾਰ ਕਹਿੰਦਾ ਤੜਕੇ ਨੂੰ ਤੇਰੇ ਕੋਲ ਮੈਂ ਪੈਸੇ ਭੇਜੂੰਗਾ, ਇਹਦੀ ਕਰਾ ਲੈ ਭਾਈ। ਜਦੋਂ ਉਹ ਸਰਦਾਰ ਨੇ ਨੌਕਰ ਭੇਜਤਾ, ਕਹਿੰਦਾ ਜਾ ਪੈਸੇ ਲੈ ਕੇ ਜਾ, ਵੀ ਉਹ ਸਰਦਾਰ ਨੂੰ ਆ 2000 ਰੁਪਈਆ ਉਹ ਮਕਾਨ ਦਾ ਦੇ ਆ। ਅਤੇ ਉਹਨਾਂ ਨੂੰ ਕਹਿਤਾ, ਕਹਿੰਦਾ ਵੀ ਘੱਟ ਤੋਂ ਘੱਟ 5-10 ਬੁੜੀਆਂ ਲਾ ਕੇ ਇਹਦੇ ਅੰਦਰ ਮਾਂਜਾ ਸਾਰੀਆਂ ਕੰਧਾਂ ਝਾੜ ਕੇ ਸਾਰਾ ਸਾਫ਼ ਕਰ ਦਿਓ। ਕਹਿੰਦੇ ਜੀ ਚੰਗਾ ਭਾਈ। ਉਹਨਾਂ ਨੇ ਸਾਫ਼ ਸਫਾਈਆ ਕਰਾਤਾ, ਥਾਂ ਲੈ ਕੇ ਥਾਂ। ਉਹ ਕਹਿਣ ਲੱਗਿਆ ਕਹਿੰਦਾ ਐਂ ਕਰ ਪੁੱਤ, ਹੁਣ ਤੁਸੀਂ ਉਸੇ ਨਵੇਂ ਘਰ 'ਚ ਹੀ ਜਾਓ, ਛੱਡ ਖੜਾ ਹੁਣ ਪੁਰਾਣੇ ਦਾ, ਕਿਉਂ ਨਾਲ ਹੀ ਦੀ। ਕਹਿੰਦਾ ਅਸੀਂ ਤੇਰੇ ਕੋਲ ਹੀ ਹਾਂ ਭਾਈ। ਅਤੇ ਸਰਦਾਰਨੀ ਤਾਂ ਸਰਦਾਰ ਨੂੰ ਕਹਿੰਦੀ ਮੇਰਾ ਤਾਂ ਜੀਅ ਨਹੀਂ ਲੱਗਦਾ, ਮੈਨੂੰ ਤਾਂ ਉਹ ਕੁੜੀ ਦਿਖਾ ਕੇ ਲਿਆ। ਉਹ ਕਹਿੰਦਾ ਨਹੀਂ ਇੰਨਾ ਤੇਜ਼ੀ ਨਾ ਕਰ। ਕਹਿੰਦੀ ਨਾ ਮੈਂ ਤਾਂ ਜਾਣਾ, ਮੇਰਾ ਤਾਂ ਜੀਅ ਕਰਦਾ ਉਹ ਕੁੜੀ ਨੂੰ ਫੇਰ ਮਿਲਣ ਨੂੰ। ਉਹ ਕਹਿਣ ਲੱਗਾ ਘਰੇ ਨਹੀਂ ਸੋਹਣੇ ਲੱਗਦੇ, ਜੇ ਤੂੰ ਬਾਹਲਾ ਕਰਦੀ ਆਪਾਂ ਸੁਨੇਹਾ ਭੇਜ ਕੇ ਨਾ ਇੱਥੇ ਸ਼ਹਿਰ 'ਚ ਸੱਦ ਲਾਂਗੇ, ਉੱਥੇ ਤੂੰ ਕੁੜੀ ਨੂੰ ਮਿਲ ਲਈ। ਕਹਿੰਦੀ ਚੰਗਾ। ਉਹਨੇ ਭਾਈ ਸੁਨੇਹਾ ਦਿੱਤਾ, ਨੌਕਰ ਉਹਦੇ ਜਾ ਕੇ ਸਹੁਰੇ ਨੂੰ ਕਿਹਾ। ਕਹਿੰਦਾ ਉਹ ਸਰਦਾਰਨੀ ਕਹਿੰਦੇ ਮੈਂ ਕੁੜੀ ਨੂੰ ਮਿਲਣਾ, ਵੀ ਤੁਸੀਂ ਫਲਾਣੇ ਥਾਂ ਸ਼ਹਿਰ 'ਚ ਆ ਜਾਓ ਭਾਈ। ਉੱਥੇ ਉਹਦੇ ਘਰ ਵਾਲੀ ਬੁੜੀ ਵਗ ਗਈ ਅਤੇ ਨਾਲੇ ਉਹਦੀ
ਕੁੜੀ ਵਾਗੀ ਪਾਰੋ ਤੇ ਨਾ ਉਹ ਮਾਵਾਂ ਧੀਆਂ ਵਾਗੀਆਂ ਤੇ ਸਰਦਾਰ ਨੇ ਮਿਲੀ ਗੱਲਾਂ ਬਾਤਾਂ ਕਰੀਆਂ, ਉਹਨਾਂ ਦਾ ਸੇਵਾ ਕੀਤੀ। ਭਾਈ ਵਿਆਹ ਧਰ ਲਿਆ। ਹੁਣ ਪੈਸੇ ਵਾਲੇ ਬੰਦੇ ਦਾ ਕੀ ਚੀਜ਼ ਹੈ, ਪੈਸੇ ਨਾਲ ਤਾਂ ਘੰਟੇ 'ਚ ਕੀ ਵਿਆਹ ਨਾ ਹੋ ਜੇ। ਹੁਣ ਮਾਇਆ ਵਾਲੇ ਬੰਦੇ ਦੀ ਸਾਰਾ ਰਾਸ਼ਨ, ਪੱਕੀਆਂ ਪਕਾਈਆਂ, ਮਿਠਾਈਆਂ ਮਾਰ ਸਾਰਾ ਕੁਛ ਭੇਜਤਾ ਤੇ ਪੂਰਾ ਕੱਪੜਾ ਲੀੜਾ, ਫਿਰ ਸਰਦਾਰਾਂ ਵਾਲਾ ਗਹਿਣੇ ਬਣਵਾ ਕੇ ਕੁੜੀ ਨੂੰ ਸਾਰਾ ਕੁਛ 20 ਦਿਨਾਂ ਦੇ ਅੰਦਰ ਅੰਦਰ ਕੁੜੀ ਦਾ ਵਿਆਹ ਉਹਨੇ ਵਿਆਹ ਕੇ ਕੁੜੀ ਨੂੰ ਲੈ ਗਈ। ਤੇ ਭਾਈ ਦੁਨੀਆ ਦੇਖਣ ਆਈ, ਪਿੰਡ ਵੀ ਬੱਲੇ ਬੱਲੇ। ਉਹ ਸਰਦਾਰ ਢੁੱਕਿਆ, ਉਹ ਤਾਰੋ ਨੂੰ ਵਿਆਹੁਣ। ਭਾਈ ਜਿਹੜੀਆਂ ਸਿਆਣੀਆਂ ਬੁੜੀਆਂ ਕਹਿਣ ਹੈ ਹੀ ਸਰਦਾਰਾਂ ਦੇ ਘਰੇ ਜਾਣ ਵਾਲੀ ਕੁੜੀ ਤੀ। ਵਿਆਹ ਰੱਬ ਨੇ ਉਹ ਇਹੋ ਜਿਹਾ ਮਣਕਾ ਹੋਏ ਜੇ ਥਾਂ ਹੀ ਪਰੋਤਾ। ਭਾਈ ਵਿਆਹ ਲਈ ਤੇ ਆਪ ਉਹਦੀ ਮਾਂ ਜਦੋਂ ਉੱਥੇ ਰਹਿਣ ਲੱਗੀ, ਉਹ ਕਹਿਣ ਲੱਗੀ, ਉਹ ਸਰਦਾਰ ਨੂੰ ਕਹਿੰਦੀ ਮੈਨੂੰ 2 ਮਹੀਨਿਆਂ ਬਾਅਦ ਮਿਲਾ ਕੇ ਲੈ ਜਾ ਕਰੋ ਇਹਨੂੰ, ਕੁੜੀ ਨੂੰ, ਬੇਸ਼ੱਕ ਤੁਸੀਂ ਆਥਣ ਨੂੰ ਹੀ ਮੁੜ ਕੇ ਨਾ ਰਿਹਾ ਕਰਿਓ। ਉਹ ਕਹਿੰਦੇ ਕੋਈ ਗੱਲ ਨਹੀਂ। ਹੁਣ ਉਹ ਤਕੜੇ ਬੰਦੇ ਸੀ, ਰਸ 'ਚ ਆਇਆ ਕਰੇ ਕੁੜੀ ਤੇ ਮਾਰ ਲਿਫਾਫਿਆਂ ਫਲਾਂ ਦੇ ਆਇਆ ਕਰਨ, ਕਿਤੇ ਭੁੱਖੀ ਮਰਦੀ ਦੀ ਦੁਨੀਆ ਦੇਖਿਆ ਕਰਨ। ਕੁੜੀਆਂ ਵੀ ਕੁੜੇ ਤਾਰੋ ਆਈ ਹੈ ਮਿਲਣ, ਬਾਰ 'ਚ ਰਥ ਖੜਾ ਹੈ। ਰਥ ਉਦੋਂ ਬੜੀ ਵੱਡੀ ਚੀਜ਼ ਸੀ ਬਹੁਤ। ਉਹਦਾ ਸਤਿਕਾਰ ਆਦਰ ਹੋਣ ਲੱਗ ਗਿਆ ਪਿੰਡ ਦੇ ਵਿੱਚ ਵੀ। ਅਗਲਾ ਕਹਿੰਦਾ ਯਾਰ ਤਕੜੇ ਸਰਦਾਰਾਂ ਨਾਲ ਨਾਤਾ ਪੈ ਗਿਆ, ਕੱਲ੍ਹ ਨੂੰ ਕੰਮ ਹੋ ਗਿਆ ਆਪਾਂ ਇਹਨੂੰ ਕਹਾਂਗੇ। ਇੰਨੇ ਉਹ ਸਰਦਾਰਾਂ ਦੇ ਚੰਗੇ ਸੰਤਾਂ ਨਾਲ ਨਹੀਂ ਜਾਣੀ ਤੇ ਸੰਤਾਂ ਕੋਲੇ ਜਾਂਦੇ ਹੁੰਦੇ। ਜਦੋਂ ਭਾਈ ਸੰਤ ਘਰੇ ਆਏ ਤੇ ਉਹ ਕੁੜੀ ਨੇ ਮੱਥਾ ਟੇਕ ਕੇ ਆ ਕੇ ਕੁੰਡ ਕੱਢਿਆ ਸੀ। ਸੰਤ ਕਹਿੰਦੇ ਪੁੱਤ ਕੁੰਡ ਚੱਕ, ਤੇਰਾ ਮੇਰੇ ਕਨੀ ਝਾਕ। ਉਹ ਸੰਗੇ ਉਹਦੀ ਸੱਸ ਕਹਿੰਦੀ ਨਹੀਂ ਝਾਕ ਤੂੰ ਸੰਤਾਂ ਕਨੀ ਝਾਕ। ਜਦੋਂ ਝਾਕ ਕੇ ਮੱਥੇ ਕਨੀ ਦੇਖ ਕੇ ਕਹਿਣ ਲੱਗਿਆ ਸਰਦਾਰਨੀ 2 ਪੁੱਤ ਹੋਣਗੇ, ਇਹ ਕੁੜੀ ਦੇ ਤੇਰੇ ਪੋਤੇ ਬਹੁਤ ਸੋਹਣੇ ਸੁਨੱਖੇ ਹੋਣਗੇ। ਬਚਨ ਕਰ ਗਿਆ ਭਾਈ ਕੁੜੀ ਦੇ ਸੰਤਾਂ ਦੇ ਬਚਨੋਂ ਤੋਂ 2 ਬੱਚੇ ਹੋਏ ਤੇ ਮੁੰਡੇ ਤੇ ਬੜੀ ਐਸ਼ਾਂ ਦੇ ਦਿਨ ਕੱਟਣ ਲੱਗ ਗਈ। ਜਿਹੜੀ ਗਰੀਬੀ ਸੀ ਉਹ ਕੁਦਰਤ ਹੈ। ਮੈਂ ਆਪਦੇ ਅੱਖੀਂ ਦੇਖਿਆ ਇੱਥੇ ਜਿਹੜੇ ਬੰਦੇ ਵਿਚਾਰੇ ਭੁੱਖੇ ਗਰੀਬ ਦੇਖਦੇ ਹੁੰਦੇ, ਅੱਜ ਉਹ ਲੱਖਾਂਪਤੀ ਬਣੇ ਬੈਠੇ ਨੇ। ਜਿਹੜੀ ਕੁਦਰਤ ਹੈ ਬੜੀ ਚੀਜ਼ ਹੈ, ਜਦੋਂ ਉਹਦੀ ਨਿਗਾਹ ਹੋ ਜੇ ਇਹ ਤਾਂ ਪਲ ਵਿੱਚ ਰੰਕ ਨੂੰ ਰਾਜ ਦਵਾ ਸਕਦਾ, ਰਾਜੇ ਨੂੰ ਰੰਕ ਬਣਾ ਸਕਦਾ। ਹਾਂਜੀ ਇਹ ਸਮਾਪਤੀ ਹੈ ਇੰਨੀ ਕੁ।